ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਖਬਰਸਾਰ ਵਿਸ਼ਲੇਸ਼ਣ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਹੁਣ ਅਮੀਰ ਕਿਸਾਨੀ ਦੇ ਨਾਂ ਹੇਠ ਕਿਸਾਨਾਂ ਦੇ ਵਿੱਤੀ ਪ੍ਰਬੰਧ ਨੂੰ ਪਰਖਿਆ ਜਾਣ ਲੱਗਾ ਹੈ। ਅਸਲ ਦੇ ਵਿੱਚ ਵੱਧ ਆਮਦਨ ਵਾਲੇ ਕਿਸਾਨਾਂ ਨੂੰ ਟੈਕਸ ਦੇ ਘੇਰੇ ਹੇਠ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸੰਸਦੀ ਆਧਾਰਿਤ ਪਬਲਿਕ ਅਕਾਊਂਟਸ ਕਮੇਟੀ ਨੇ ਜਿਹੜੀ ਪਿਛਲੇ ਸਮੇਂ ਸਰਕਾਰ ਨੂੰ ਰਿਪੋਰਟ ਦਿੱਤੀ ਹੈ, ਉਹ ਕਿਸਾਨਾਂ ਦੇ ਵਿੱਚ ਇੱਕ ਹਲਚਲ ਪੈਦਾ ਕਰ ਸਕਦੀ ਹੈ, ਕਿਉਂਕਿ ਉਸ ਦੇ ਵਿੱਚ ਇਹ ਤੱਥ ਲਿਆਂਦੇ ਗਏ ਹਨ ਕਿ ਕਿਸਾਨੀ ਦਾ ਇੱਕ ਵੱਡਾ ਹਿੱਸਾ ਜਿਹੜੀ ਵੱਧ ਆਮਦਨੀ ਵਾਲੀ ਧਿਰ ਹੈ ਉਹ ਟੈਕਸ ਨੂੰ ਬਚਾ ਰਹੀ ਹੈ। ਕਿਤੇ ਨਾ ਕਿਤੇ ਉਹ ਖੇਤੀਬਾੜੀ ਤੋਂ ਹੋਣ ਵਾਲੀ ਆਮਦਨ ਦੇ ਵਿੱਚ ਆਪਣੀ ਵੱਧ ਆਮਦਨੀ ਨੂੰ ਜੋੜ ਕੇ ਟੈਕਸ ਚੋਰੀ ਕਰ ਰਹੀ ਹੈ, ਕਿਉਂਕਿ ਖੇਤੀਬਾੜੀ ਤੋਂ ਹੋਣ ਵਾਲੀ ਆਮਦਨ ਟੈਕਸ ਦੇ ਘੇਰੇ ਹੇਠ ਨਹੀਂ ਆਉਂਦੀ। ਲਿਹਾਜ਼ਾ ਜਿਹੜੀ ਪਬਲਿਕ ਅਕਾਊਂਟਸ ਕਮੇਟੀ ਦੀ ਰਿਪੋਰਟ ਹੈ ਉਸ ਮੁਤਾਬਕ ਕਿਸਾਨੀ ਟੈਕਸ ਚੋਰੀ ਵੱਲ ਰੁਚਿਤ ਹੈ, ਜਿਸ ਕਾਰਨ ਬਹੁਤ ਘੱਟ ਕਿਸਾਨੀ ਵੱਲੋਂ ਟੈਕਸ ਭਰਿਆ ਜਾ ਰਿਹਾ ਹੈ ਅਤੇ ਜਿਸ ਨਾਲ ਜਿਹੜਾ ਟੈਕਸ ਪੱਖੋਂ ਖਜ਼ਾਨਾ ਹੈ ਉਹ ਖਰਾ ਨਹੀਂ ਉਤਰਿਆ। ਰਿਪੋਰਟ ਵਿੱਚ ਵੱਧ ਆਮਦਨੀ ਦੇ ਸਬੰਧ ਵਿੱਚ ਟੈਕਸ ਦੇ ਸਰੋਕਾਰ ਨੂੰ ਵੱਖ-ਵੱਖ ਮੇਜ਼ਰਮੈਂਟ ਨਾਲ ਪੇਸ਼ ਕੀਤਾ ਗਿਆ ਹੈ ਅਤੇ ਜਿਹੜੀਆਂ ਰਾਇਆਵਾਂ ਵੀ ਦਿੱਤੀਆਂ ਹਨ ਕਿ ਜੇ ਕਿਸਾਨੀ ਤੋਂ ਟੈਕਸ ਵਸੂਲਿਆ ਜਾਵੇ ਵੱਧ ਆਮਦਨੀ ਵਾਲੀ ਕਿਸਾਨੀ ਤੋਂ ਤਾਂ 10 ਲੱਖ 50 ਲੱਖ ਅਤੇ 1 ਕਰੋੜ ਦੀ 3 ਸਲੈਬਸ ਵੀ ਬਣਾਈਆਂ ਜਾ ਸਕਦੀਆਂ ਹਨ, ਜਿਹੜੀਆਂ ਕਿ ਆਮਦਨ ਕਰ ਵਿਭਾਗ ਨੇ ਲਾਗੂ ਕਰਨੀਆਂ ਹਨ। ਦੱਸਿਆ ਜਾਂਦਾ ਹੈ ਕਿ ਪਬਲਿਕ ਅਕਾਊਂਟਸ ਕਮੇਟੀ ਦੀ ਇਸ ਰਿਪੋਰਟ, ਜਿਸ ਵਿੱਚ ਵੱਧ ਆਮਦਨੀ ਵਾਲੇ ਕਿਸਾਨ ਅਤੇ ਟੈਕਸ ਦੇ ਸੰਬੰਧ ਵਿੱਚ ਸਰੋਕਾਰ ਪੇਸ਼ ਕੀਤੇ ਗਏ ਨੇ, ਉਸ ਨੂੰ ਵਿੱਤ ਮੰਤਰਾਲੇ ਨੇ ਬਰੀਕੀ ਨਾਲ ਵਾਚਣਾ ਆਰੰਭ ਦਿੱਤਾ ਹੈ ਅਤੇ ਵਿੱਤ ਮੰਤਰਾਲੇ ਨੇ ਕਮੇਟੀ ਨੂੰ ਇਹ ਵੀ ਭਰੋਸਾ ਦਿਵਾਇਆ ਹੈ ਕਿ ਟੈਕਸ ਯਾਨੀ ਕਿ ਰਿਟਰਨ ਫਿਲ ਕਰਨ ਸੰਬੰਧੀ ਮਜ਼ਬੂਤ ਢਾਂਚਾ ਤਿਆਰ ਕੀਤਾ ਜਾਵੇਗਾ, ਤਾਂ ਕਿ ਟੈਕਸ ਜਿਹੜਾ ਰਿਟਰਨ ਮਾਮਲਾ ਹੈ ਉਸ ਨੂੰ ਵੱਧ ਆਮਦਨੀ ਵਾਲਾ ਕਿਸਾਨ ਕਿਸੇ ਵੀ ਤਰੀਕੇ ਨਾਲ ਆਮਦਨ ਕਰ ਵਿਭਾਗ ਨੂੰ ਭਰਮਾ ਨਾ ਸਕੇ। ਅਤੇ ਅਜਿਹੇ ਸਾਰੇ ਲਿਹਾਜ਼ ਤੋਂ ਵੱਡਾ ਸੰਕੇਤ ਇਹੀ ਜਾਂਦਾ ਹੈ ਕਿ ਕੇਂਦਰ ਸਰਕਾਰ ਕਿਸਾਨੀ ਨੂੰ ਟੈਕਸ ਦੇ ਘੇਰੇ ਹੇਠ ਲਿਆਉਣਾ ਚਾਹੁੰਦੀ ਹੈ। ਭਾਵੇਂ ਫਿਲਹਾਲ ਵੱਧ ਆਮਦਨੀ ਵਾਲੀ ਕਿਸਾਨਾਂ ਦੀ ਹੀ ਗੱਲ ਕੀਤੀ ਗਈ ਹੈ, ਉਧਰ ਵੱਖ-ਵੱਖ ਕਿਸਾਨ ਧਿਰਾਂ ਦਾ ਕਹਿਣਾ ਹੈ ਕਿ ਕੇਂਦਰ ਨੂੰ ਖੇਤੀਬਾੜੀ ਦੀ ਮਸ਼ੱਕਤ ਦਾ ਅਨੁਮਾਨ ਨਹੀਂ ਕਿ ਕਿੰਨੀ ਮਸ਼ੱਕਤ ਨਾਲ ਇਹ ਆਮਦਨੀ ਲਈ ਜਾਂਦੀ ਹੈ। ਕਈ ਵਾਰੀ ਤਾਂ ਲਾਗਤ ਮੁੱਲ ਵੀ ਨਹੀਂ ਮਿਲਦਾ। ਕਿਸਾਨਾਂ ਦਾ ਕਹਿਣਾ ਹੈ ਕਿ ਅਸਲ ਦੇ ਵਿੱਚ ਕੇਂਦਰ ਸਰਕਾਰ ਜਿਹੜੇ 1.5 ਗੁਣਾ ਦੁੱਗਣੇ ਭਾਅ ਕਰਨ ਦੇ ਦਾਅਵੇ ਕਰ ਰਹੀ ਸੀ, ਉਹ ਉਸ 'ਤੇ ਖਰਾ ਨਹੀਂ ਉਤਰ ਰਹੀ ਅਤੇ ਅਜਿਹੇ ਸਾਰੇ ਦਾਅਵਿਆਂ ਤੋਂ ਝੂਠੀ ਪੈਣ ਮਗਰੋਂ ਹੁਣ ਕਿਸਾਨਾਂ ਉੱਤੇ ਅਗਲਾ ਵਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਵੱਧ ਆਮਦਨੀ ਵਾਲੀ ਜਿਹੜੀ ਕਿਸਾਨ ਧਿਰ ਹੈ ਉਹ ਕੁਛ ਫੀਸਦੀ ਹੀ ਹੋ ਸਕਦੀ ਹੈ। ਵੱਡੀ ਗਿਣਤੀ ਵਿੱਚ ਕਿਸਾਨੀ ਕਰਜ਼ੇ ਨਾਲ ਜਕੜੀ ਹੋਈ ਹੈ। ਜਿੰਨੀ ਵੱਡੀ ਕਿਸਾਨੀ ਦਾ ਕਾਰੋਬਾਰ ਹੈ ਉਨਾ ਹੀ ਉਸ ਪਰਿਵਾਰ ਉੱਤੇ ਕਰਜ਼ੇ ਦਾ ਭਾਰ ਹੈ ਅਤੇ ਅਜਿਹੇ ਦੇ ਵਿੱਚ ਕਿਸਾਨੀ ਨੂੰ ਕੇਂਦਰ ਵੱਲੋਂ ਕੋਈ ਵੱਡੀ ਵਿੱਤੀ ਰਾਹਤ ਮਿਲਣੀ ਚਾਹੀਦੀ ਹੈ, ਬਲਕਿ ਉਲਟਾ ਕੇਂਦਰ ਸਰਕਾਰ ਕਿਸਾਨੀ ਨੂੰ ਟੈਕਸ ਦੇ ਘੇਰੇ ਹੇਠ ਲਿਆਉਣ ਦੀ ਹੋੜ ਵਿੱਚ ਆ ਗਈ ਹੈ। ਉਂਝ ਪਬਲਿਕ ਅਕਾਊਂਟਸ ਕਮੇਟੀ ਦੇ ਜਿਹੜੇ ਤੱਥ ਮੀਡੀਆ ਦੇ ਵਿੱਚ ਸਾਹਮਣੇ ਆਏ ਹਨ, ਉਸ ਦੇ ਵਿੱਚ ਇੱਕ ਜਿਹੜੀ ਵੱਡੀ ਗੱਲ ਹੈ ਕਿ ਕੁਝ ਬਿਜ਼ਨਸਮੈਨ ਜਿਹੜੇ ਕਿ ਖੇਤੀਬਾੜੀ ਦੀ ਆਮਦਨ ਦੇ ਵਿੱਚ ਹੋਰ ਬਿਜ਼ਨਸ ਨੂੰ ਜੋੜ ਕੇ ਟੈਕਸ ਤੋਂ ਰਾਹਤ ਜਾਂ ਛੋਟ ਹਾਸਲ ਕਰ ਲੈਂਦੇ ਨੇ, ਉਹ ਜ਼ਰੂਰ ਕੜਿੱਕੀ ਦੇ ਵਿੱਚ ਆ ਸਕਦੇ ਹਨ ਅਤੇ ਜਿਹੜਾ ਨੌਕਰੀ ਪੇਸ਼ੇ ਲੋਕ ਹਨ ਉਹਨਾਂ ਉੱਤੇ ਵੀ ਜਿਹੜਾ ਹੁਣ ਮਜ਼ਬੂਤ ਟੈਕਸ ਢਾਂਚਾ ਹੋਵੇਗਾ ਉਹ ਵੀ ਵੱਡਾ ਹਥੌੜਾ ਸਾਬਤ ਹੋ ਸਕਦਾ ਹੈ। ਅਜਿਹੇ ਦੇ ਵਿੱਚ ਚੰਗੀ ਗੱਲ ਇਹ ਵੀ ਹੈ ਕਿ ਜਿਹੜੇ ਲੋਕ ਖੇਤੀਬਾੜੀ ਦੀ ਆਮਦਨ ਦੀ ਆੜ ਹੇਠ ਟੈਕਸ ਤੋਂ ਛੋਟ ਹਾਸਲ ਕਰ ਲੈਂਦੇ ਸਨ,
ਹੁਣ ਉਹਨਾਂ ਨੂੰ ਅਜਿਹੀ ਕੋਈ ਚੋਰ ਮੋਰੀ ਨਹੀਂ ਮਿਲੇਗੀ ਜਿਸ ਨਾਲ ਦੇਸ਼ ਦਾ ਵਿੱਤੀ ਢਾਂਚਾ ਮਜ਼ਬੂਤ ਹੋਣਾ ਸੁਭਾਵਿਕ ਹੀ ਹੈ। ਉਧਰ ਦੂਜੇ ਬੰਨੇ ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਂ ਹੇਠ ਹੁਣ ਇੱਕ ਵਾਰ ਫਿਰ ਖੇਤੀ ਕਾਨੂੰਨ ਲਿਆਉਣ ਦੀ ਕੋਸ਼ਿਸ਼ ਹੋ ਰਹੀ ਹੈ। ਅਜਿਹੀ ਕਣਸੋ ਵੀ ਮਿਲੀ ਹੈ ਕਿ ਕੇਂਦਰ ਸਰਕਾਰ ਇਸ ਮਾਮਲੇ ਉੱਤੇ ਅੰਦਰ ਖਾਤੇ ਵੱਡੀ ਤੇਜ਼ੀ ਨਾਲ ਜੁਟੀ ਵੀ ਹੋਈ ਹੈ। ਖੇਤੀ ਆਯੋਗ ਦਫ਼ਤਰ ਇਸ ਮਾਮਲੇ 'ਚ ਹਰਕਤ ਵਿੱਚ ਦੱਸਿਆ ਜਾਂਦਾ ਹੈ ਤੇ ਖੇਤੀ ਆਯੋਗ ਦੇ ਇੱਕ ਮੈਂਬਰ ਨੇ ਇਸ ਸਮੁੱਚੇ ਮਾਮਲੇ ਉੱਤੇ ਇੱਕ ਜਨਤਕ ਖੁਲਾਸਾ ਵੀ ਕੀਤਾ ਹੈ। ਉਂਝ ਇਸ ਵਾਰ ਨਵੇਂ ਖੇਤੀ ਕਾਨੂੰਨ ਲਿਆਉਣ ਤੋਂ ਪਹਿਲਾਂ ਇਸ ਗੱਲ ਉੱਤੇ ਵਧੇਰੇ ਫੋਕਸ ਕੀਤਾ ਜਾ ਰਿਹਾ ਹੈ ਕਿ ਇਸ ਸੰਬੰਧੀ ਪਹਿਲਾਂ ਵੱਖ-ਵੱਖ ਰਾਜਾਂ ਨੂੰ ਜਾਂ ਕਿਸਾਨਾਂ ਨੂੰ ਵਿਸ਼ਵਾਸ ਵਿੱਚ ਲੈਣਾ ਜ਼ਰੂਰੀ ਹੈ ਤੇ ਅਜਿਹੀਆਂ ਧਿਰਾਂ ਤੋਂ ਸੁਝਾਅ ਲੈਣੇ ਵੀ ਜ਼ਰੂਰੀ ਹਨ। ਹੁਣ ਵੇਖਣਾ ਹੋਵੇਗਾ ਕਿ ਨਵੇਂ ਖੇਤੀ ਕਾਨੂੰਨ ਕੀ ਵਾਕਈ ਹੀ ਕੇਂਦਰ ਸਰਕਾਰ ਲਿਆ ਰਹੀ ਹੈ ਤੇ ਜੇਕਰ ਲਿਆ ਰਹੀ ਹੈ ਤਾਂ ਸੁਭਾਵਿਕ ਹੀ ਹੈ ਕਿ ਇਸ ਮਾਮਲੇ ਦੇ ਵਿੱਚ ਕਿਸਾਨੀ ਦਾ ਤੇ ਕੇਂਦਰ ਦਰਮਿਆਨ ਇੱਕ ਵਾਰ ਫਿਰ ਟਕਰਾਓ ਦਾ ਮਾਮਲਾ ਹੋ ਸਕਦਾ ਹੈ, ਕਿਉਂਕਿ ਪਹਿਲਾਂ ਲਿਆਂਦੇ ਖੇਤੀ ਕਾਨੂੰਨ ਜਿਹੜੇ ਕਿਸਾਨੀ ਸੰਘਰਸ਼ ਮਗਰੋਂ ਕੇਂਦਰ ਨੇ ਵਾਪਸ ਲਏ ਸਨ, ਉਸ ਦਰਮਿਆਨ ਕਿਸਾਨਾਂ ਨੂੰ ਇੱਕ ਵੱਡਾ ਸੰਘਰਸ਼ ਵਿੱਢਣਾ ਪਿਆ ਸੀ। ਉਂਝ ਇਸ ਵੇਲੇ ਜਿਹੜੀ ਉਹ ਕਿਸਾਨੀ ਸੀ ਉਹਨਾਂ ਧਿਰਾਂ ਦੇ ਵਿੱਚ ਇੱਕ ਅੰਦਰੂਨੀ ਤੌਰ 'ਤੇ ਵੱਡੀ ਫੁੱਟ ਵੀ ਬਣੀ ਹੋਈ ਹੈ ਤੇ ਸਮਝਿਆ ਜਾ ਰਿਹਾ ਹੈ ਤੇ ਚਿੰਤਕ ਵੀ ਦੱਸਦੇ ਹਨ ਕਿ ਕੇਂਦਰ ਸਰਕਾਰ ਕਿਸਾਨੀ ਦੀ ਅਜਿਹੀ ਫੁੱਟ ਦਾ ਲਾਹਾ ਲੈਣ ਦੀ ਹੋੜ ਦੇ ਵਿੱਚ ਵੀ ਹੈ। ਸੋ ਵੱਧ ਆਮਦਨੀ ਵਾਲੇ ਕਿਸਾਨਾਂ ਨੂੰ ਟੈਕਸ ਦੇ ਘੇਰੇ ਹੇਠ ਲਿਆਉਣਾ ਤੇ ਕੇਂਦਰ ਵੱਲੋਂ ਦੁਬਾਰਾ ਖੇਤੀ ਸੁਧਾਰ ਦੇ ਨਾਂ ਹੇਠ ਦੁਬਾਰਾ ਨਵੇਂ ਖੇਤੀ ਕਾਨੂੰਨ ਲਿਆਉਣ ਦੀ ਗੱਲ ਅਗਲੇ ਸਮੇਂ ਕਿਸ ਪੜਾਅ 'ਤੇ ਸਾਹਮਣੇ ਆਉਂਦੀ ਹੈ ਉਹ ਤਾਂ ਮਾਮਲਾ ਅਮਲੀ ਰੂਪ ਵਿੱਚ ਆਉਣ 'ਤੇ ਹੀ ਪਤਾ ਲੱਗੇਗਾ। ਫਿਲਹਾਲ ਇਹਨਾਂ ਦੋਵਾਂ ਮੁੱਦਿਆਂ ਉੱਤੇ ਕੀਤੇ ਵਿਸ਼ਲੇਸ਼ਣ ਉੱਤੇ ਆਪਾਂ ਪ੍ਰੋਗਰਾਮ ਨੂੰ ਵਿਸ਼ਰਾਮ ਦਈਏ। ਧੰਨਵਾਦ। ਸਤਿ ਸ੍ਰੀ ਅਕਾਲ।